बेटे जो आप कैपिटल बर्स्टिंग का मैं ਤੁਹਾਨੂੰ एक सम करवाਉਣ ਲੱਗਾ ਉਹ ਸਮ ਦੀ ਸਭ ਤੋਂ ਬੈਸਟ ਕੁਆਲਿਟੀ ਇਹ ਆ ਕਿ ਉਹਦੇ ਵਿੱਚ ਕੈਪੀਟਲ ਬਰਸਟਿੰਗ ਦੇ 6 ਦੇ 6 ਮੈਥਡ ਆਪਾਂ ਕਵਰ ਕਰਾਂਗੇ ਔਰ ਇਹ ਚੈਪਟਰ ਆਲਮੋਸਟ ਕਵਰ ਹੋ ਜਾਊਗਾ। ਜਿਹੜੇ ਵੀ ਬੱਚੇ ਦਾ ਜਿਹੜਾ ਵੀ ਟੌਪਿਕ ਰਿਮੇਨ ਰਹਿੰਦਾ ਵਾ ਉਹ ਉਹਦੇ ਵਿੱਚ ਹੋ ਜਾਊਗਾ। ਠੀਕ ਹੈ ਨਾ। ਸੋ ਦੇਖੋ ਇਹਦੇ ਵਿੱਚ ਆਪਾਂ ਪੇਬੈਕ ਪੀਰੀਅਡ ਕੱਟਾਂਗੇ, ਨੈਟ ਪ੍ਰੈਜ਼ੈਂਟ ਵੈਲਿਊ ਕੱਟਾਂਗੇ, ਡਿਸਕਾਊਂਟਡ ਪੇਬੈਕ, ਇੰਟਰਨਲ ਰੇਟ ਆਫ ਰਿਟਰਨ, ਨੈਟ ਪ੍ਰੈਜ਼ੈਂਟ ਵੈਲਿਊ, ਪ੍ਰੋਫਿਟੇबिलिटी इन टैक्स, सारा कुछ ਕੱਟਾਂਗੇ इन शॉर्ट। ठीक है। सो देखो ਇਹਦੇ ਵਿੱਚ ਕੀ ਹੈਗਾ ਵਾ। देखो मैं इस वीडियो ਨੂੰ ਨਾ दो पार्ट्स कवर करूंगा राजे, 3 एक बार 3 एक बार ताकि फिर शॉर्ट्स रहूगी। ठीक है। देखो बेटे ਹੁਣ ਸਭ ਤੋਂ ਪਹਿਲਾਂ ਆਪਣੇ ਕੋਲ ਨਾ ਦੋ ਪ੍ਰਪੋਜ਼ਲ ਨੇ ਜਾਂ ਪ੍ਰੋਜੈਕਟ ਨੇ। तो प्रोजेक्ट ए ਜਿਹਦੇ ਵਿੱਚ ਇਨਵੈਸਟਮੈਂਟ ਹੈਗੀ ਆ ਬੇਟੇ 20,000 ਦੀ। प्रोजेक्ट बी ਜਿਹਦੇ ਵਿੱਚ ਇਨਵੈਸਟਮੈਂਟ ਹੈਗੀ ਆ ਬੇਟੇ 28,000। ਲਾਈਫ ਇਹਦੀ ਹੈਗੀ ਆ 4 ਇਅਰਸ, ਇਹਦੀ ਹੈਗੀ ਆ 5 ਇਅਰਸ। ਸਕ੍ਰੈਪ ਵੈਲਿਊ nil nil ਇਸ ਤਰ੍ਹਾਂ ਦਾ ਕੁਝ। ਫਿਰ ਆਪਾਂ ਨੂੰ ਦਿੱਤਾ ਹੋਇਆ ਜੋ ਇਹਨਾਂ ਨੇ ਕਿਹਾ ਹੋਇਆ ਸਾਨੂੰ ਕੋ ਨੈਟ ਇਨਕਮ ਦਿੱਤੀ ਹੋਈ ਆ। ਮੈਂ ਸਮ ਨਾਲ ਸ਼ੇਅਰ ਕਰ ਦੂੰਗਾ ਰਾਜੇ ਕਿਉਂਕਿ ਹੁਣ ਸਾਰਾ ਸਮ ਲਿਖਾਂਗੇ ਤਾਂ ਵੇਸਟੇਜ ਆਫ ਟਾਈਮ ਆ। ਮੈਂ ਸਮ ਦੇ ਨਾਲ ਸਕਰੀਨਸ਼ਾਟ ਪਾ ਦੂੰਗਾ। ਠੀਕ ਹੈ। ਫਿਰ ਸਾਨੂੰ ਨੈਟ ਇਨਕਮ ਦਿੱਤੀਆਂ ਹੋਈਆਂ ਨੇ। ਨੈਟ ਇਨਕਮ ਮਤਲਬ ਆਫਟਰ ਡੈਪਰੀਸੀਏਸ਼ਨ ਐਂਡ ਟੈਕਸ। ਆਫਟਰ ਡੈਪਰੀਸੀਏਸ਼ਨ ਐਂਡ ਟੈਕਸ ਸਾਨੂੰ ਦਿੱਤੀ ਹੋਈ ਆ। ਮਤਲਬ ਜੋ ਡੈਪਰੀਸੀਏਸ਼ਨ ਵੀ ਮਾਈਨਸ ਹੋਈ ਹੋਈ ਹੈ ਤੇ ਟੈਕਸ ਵੀ ਮਾਈਨਸ ਹੋਇਆ ਹੋਇਆ 4 ਇਅਰਸ ਦਾ। ਮੈਂ ਪ੍ਰੋਜੈਕਟ ਬੀ ਕਰੂੰਗਾ। ਉਹਦਾ ਕਾਰਨ ਕੀ ਹੈ, ਪ੍ਰੋਜੈਕਟ ਬੀ ਚ ਥੋੜਾ ਜਿਹਾ 1 ਸਾਲ ਜ਼ਿਆਦਾ ਐਕਸਟਰਾ ਵਾ। ਠੀਕ ਹੈ। ਪ੍ਰੋਜੈਕਟ ਏ ਤੁਸੀਂ ਕਰੋਗੇ। ਠੀਕ ਹੈ। ਹੁਣ ਮੈਂ ਤੁਹਾਨੂੰ ਸਮਝਾਉਣਾ। देखो अगर मैं प्रोजेक्ट बी करा, सब तो पहला जेड़ा मैं मेथड करवाऊंगा वो करवाऊंगा पे बैक पीरियड। ਇਹਦੇ ਵਿੱਚ ਬੇਟੇ ਇੱਕ ਐਡੀਸ਼ਨਲ ਪੁਆਇੰਟ ਆ ਜਿਹਦੇ ਕਰਕੇ ਇਹ ਸਮ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਹਨਾਂ ਨੇ ਕਿਹਾ ਇੱਕ ਨੈਟ ਵਰਕਿੰਗ ਕੈਪੀਟਲ ਮਤਲਬ ਇਹ ਜਿਹੜੇ ਕੈਸ਼ ਇਨਫਲੋਜ਼ ਨੇ ਇਹ ਮੇਰੇ ਕੋਲ ਪੈਸਾ ਆ ਰਿਹਾ ਜਿਹੜਾ ਮੈਂ ਹੁਣੇ ਲਿਖੂੰਗਾ। ਲੇਕਿਨ ਉਹਨਾਂ ਨੇ ਕਿਹਾ ਇੱਕ 2000 ਰੁਪੀਸ ਆ ਜਿਹੜੇ ਤੁਹਾਨੂੰ ਵਰਕਿੰਗ ਕੈਪੀਟਲ ਦੇ ਲੱਗਣਗੇ प्रोजेक्ट दी लाइफ च खर्चा वा है जो कि लास्ट वाले साल की हो जाऊगा रिकवर हो जाऊगा बेटे। इट विल बी रिकवर्ड इन द लास्ट। मतलब व्हाट डज इट मीन, इट मीन ये साडा खर्चा भी है वर्किंग कैपिटल जेड़ा कि 2000 लगूगा लेकिन लास्ट वाले ईयर की हो जाऊगा रिकवर भी हो जाऊगा। खर्चा वा इट मींस प्रोजेक्ट बी दे विच बेटे की हो जाऊगा ऐड हो जाऊगा कॉस्ट दे विच, बट ये रिकवर्ड भी हो जाना वा इसलिए ये की हो जाना लास्ट च प्लस भी हो जाना। प्लीज आई एम रिपीटिंग वंस अगेन एक एडिशनल पॉइंट था कि 2000 रुपीस है जेडे वो अपने लगने ने स्पेंट होने ने कोई वर्किंग कैपिटल पे खर्चा जो कि सानू लास्ट वाले ईयर की हो जाएंगे रिकवर हो जाएंगे। सो इफ दे आर वी आर रिकवरिंग इट दैट इट इज एन इनफ्लो पैसा आऊगा लेकिन पहला वो की होगा आउटफ्लो इसलिए वो इन्वेस्टमेंट भी प्लस हो जाए। इन्नी कहानी समझ आ गई। ठीक है ना। हुण अगर आप गल करिए पे बैक पीरियड पेबैक पीरियड की हुंदा कि कितनी देर च सानू ये मेथड सानू दसदा कि कितनी देर च साडा लगाया होया पैसा सानू वापस आउगा। हां जी हुण देखो सामने पहला मैं ईयर लिखदा 2008 2009 2010 11 12 we have 4 years 5 years I'm sorry। ਤੇ ਮੈਂ ਪ੍ਰੋਜੈਕਟ ਬੀ ਦੀ ਗੱਲ ਕਰ ਰਿਹਾ। ਪ੍ਰੋਜੈਕਟ ਬੀ ਦੇ ਵਿੱਚ ਜਿਹੜਾ ਮੈਨੂੰ ਨੈਟ ਪ੍ਰੋਫਿਟ ਦਿੱਤਾ ਹੋਇਆ ਇਹ ਦਿੱਤਾ ਹੋਇਆ ਆਫਟਰ ਡੈਪਰੀਸੀਏਸ਼ਨ ਐਂਡ ਟੈਕਸ ਜੋ ਕਿ ਪਹਿਲੇ ਸਾਲ ਦਾ 0 ਆ, ਦੂਜੇ ਸਾਲ ਦਾ 3400, ਤੀਸਰੇ ਸਾਲ ਦਾ 3400, ਚੌਥੇ ਸਾਲ ਦਾ 3400, ਪੰਜਵੇਂ ਸਾਲ ਦਾ 3400। ਮੈਂ ਰਿਪੀਟ ਕਰਨਾ ਚਾਹੁੰਦਾ ਇਹ ਜਿਹੜਾ ਨੈਟ ਪ੍ਰੋਫਿਟ ਆ ਆਫਟਰ ਟੈਕਸ ਆਫਟਰ ਡੈਪਰੀਸੀਏਸ਼ਨ मतलब ਬਹੁਤ ਚੀਜ਼ਾਂ ਆਫਟਰ। ਲੇਕਿਨ ਮੈਨੂੰ ਕੀ ਚਾਹੀਦਾ ਹੁੰਦਾ ਜਦੋਂ ਮੈਂ ਕੈਸ਼
ਜਦੋਂ ਮੈਂ ਕੈਸ਼ ਇਨਫਲੋ ਬਣਾਉਣਾ ਹੁੰਦਾ ਜਾਂ ਐਨੂਅਲ ਕੈਸ਼ ਇਨਫਲੋ ਬਣਾਉਣੇ ਹੁੰਦੇ ਨੇ ਦੈਨ ਮੈਨੂੰ ਕਿਹੜਾ ਪ੍ਰੋਫਿਟ ਚਾਹੀਦਾ ਹੁੰਦਾ ਪਲੀਜ਼ ਟੈਲ ਮੀ after tax before depreciation ਇਹਦਾ ਮਤਲਬ ਮੈਨੂੰ ਆਫਟਰ ਟੈਕਸ ਤਾਂ ਠੀਕ ਆ ਬਿਫੋਰ ਡੈਪਰੀਸੀਏਸ਼ਨ ਆ ਦੈਟ ਮੀਨਸ ਇਹਦੇ ਵਿੱਚ ਮੈਨੂੰ ਡੈਪਰੀਸੀਏਸ਼ਨ ਕੀ ਕਰਨੀ ਪਊਗੀ ਐਡ ਬੈਕ ਕਰਨੀ ਪਊਗੀ ਉਸ ਲਈ ਮੈਨੂੰ ਪਹਿਲਾਂ ਕੱਢਣੀ ਪਊਗੀ ਡੈਪਰੀਸੀਏਸ਼ਨ ਆ ਜਿਹੜੀ ਉਹ ਕਿੱਦਾਂ ਨਿਕਲੂਗੀ ਮੇਰੀ ਗੱਲ ਧਿਆਨ ਨਾਲ ਸੁਣਿਓ ਸਟ੍ਰੇਟ ਲਾਈਨ ਮੈਥਡ ਲੱਗਣਾ ਮੈਂ ਇੱਥੇ ਕੁਝ ਕਿਹਾ ਨਹੀਂ ਹੋਇਆ ਉਹਨਾਂ ਨੇ ਤਾਂ ਦੇਖੋ ਮੇਰੀ ਐਸੈਟ ਕਿੰਨੇ ਦੀ ਸੀਗੀ 28000 ਦੀ ਡੋਂਟ ਸੇ ਕਿ 30000 ਦੀ ਉਹ ਜਿਹੜਾ ਮੈਂ 2000 ਐਡ ਕੀਤਾ ਉਹ ਐਸੈਟ ਦੀ ਵੈਲਿਊ ਨਹੀਂ ਸੀ ਐਸੈਟ ਮੇਰਾ 28000 ਦਾ ਹੀ ਸੀਗਾ ਉਹ ਤਾਂ 2000 ਦਾ ਖਰਚਾ ਵਰਕਿੰਗ ਕੈਪੀਟਲ ਦਾ ਸੀਗਾ ਤਾਂ ਮੈਂ ਉਹਨੂੰ ਖਰਚੇ ਕਰਕੇ ਐਡ ਕੀਤਾ ਐਸੈਟ ਮੇਰੀ 28000 ਦੀ ਆ ਸਕ੍ਰੈਪ ਵੈਲਿਊ ਮੇਰੀ 0 ਆ ਡਿਵਾਈਡਡ ਬਾਈ ਨੰਬਰ ਆਫ ਈਅਰ ਲਾਈਫ ਕਿੰਨੀ ਆ 5 ਸਾਲ ਕਿੰਨੀ ਆ ਗਈ ਡੈਪਰੀਸੀਏਸ਼ਨ ਹਰ ਸਾਲ ਦੀ ਪਲੀਜ਼ ਟੈਲ ਮੀ ਪਲੀਜ਼ ਵੇਅਰ ਇਜ਼ ਯੂਰ ਕੈਲਕੂਲੇਟਰ 5600 ਇਹ ਹਰ ਸਾਲ ਦੀ ਡੈਪਰੀਸੀਏਸ਼ਨ ਆ मैं दोबारा रिपीट कर लगा सारी चीज़ां ये दोनों चीज़ां आफ्टर दिता होया सी प्रॉफिट आफ्टर डेप्रीसीएशन आफ्टर टैक्स ठीक है पहले डेप्रीसीएशन माइनस हुंदी है फिर टैक्स माइनस हुंदा बट फिर डेप्रीसीएशन सानू की करनी पैंदी है ऐड बैक करनी पैंदी ये आ गए हम साडे कोल एनुअल कैश इनफ्लो राइट बेटा और जेडे एनुअल कैश इनफ्लो आए ने साडे कोल ਉਹ ਕਿੱਦਾਂ ਆਣਗੇ ਇਹਨਾਂ ਦੋਨਾਂ ਨੂੰ ਆਪਸ ਕੀ ਕਰਕੇ प्लस करके मैं इन्हू A नाम दे देना इन्हू B नाम दे देना A plus B 5600 now what I have told you earlier that कि जेडी वर्किंग कैपिटल आ ਉਹ ਖਰਚਾ ਵੀ ਆ ਤੇ ਲਾਸਟ ਵਾਲੇ ਸਾਲ ਉਹ ਰਿਕਵਰ ਵੀ ਹੋ ਜਾਣੀ ਆ that means ਜਿਹੜੀ ਮੇਰਾ 9000 ਦਾ ਐਨੂਅਲ ਕੈਸ਼ ਇਨਫਲੋ ਆ ਉਹਦੇ ਚ ਆਪਾਂ 2000 ਐਡ ਕਰਾਂਗੇ ਉਹ ਕਿੰਨੇ ਦਾ ਬਣ ਜਾਊਗਾ 11000 ਇਹ ਐਡੀਸ਼ਨਲ ਪੁਆਇੰਟ ਆ ਬੇਟੇ ਇਸ ਪਾਰਟਿਕੂਲਰ ਸਮ ਚ ਅਗਰ ਵਰਕਿੰਗ ਕੈਪੀਟਲ ਨਹੀਂ ਗਿਵਨ ਹੈਗੀ ਨਾ ਇੱਥੇ ਪਲੱਸ ਹੋਊਗਾ ਲਾਸਟ ਵਾਲੇ ਸਾਲ ਚ ਨਾ ਉੱਥੇ ਪਲੱਸ ਹੋਊਗਾ ਇਜ਼ ਇਟ ਕਲੀਅਰ ਟੂ ਯੂ অর ਨਾਟ ਠੀਕ ਆ ਬੇਟੇ ਨਾ ਉਹ ਇਨਫਲੋ ਚ ਪਲੱਸ ਹੋਊਗਾ ਨਾ ਹੀ ਉਹ ਆਊਟਫਲੋ ਚ ਦੱਸੋ ਜੇ ਕੋਈ ਡਾਊਟ ਆ क्लियर है इफ वर्किंग कैपिटल इज नॉट गिवन ਹੁਣ ਆਪਾਂ ਕੱਢਦੇ ਹਾਂ ਜੀ ਪੇਬੈਕ ਪੀਰੀਅਡ ਕੀ ਹੁੰਦਾ ਬੇਟੇ ਕਿ ਜਿਹੜਾ ਆਪਾਂ 30000 ਰੁਪਿਆ ਲਗਾਇਆ ਉਹ ਸਾਡਾ ਕਿੰਨੇ ਸਾਲਾਂ ਚ ਪੂਰਾ ਹੋ ਰਿਹਾ that is called payback period ਹੁਣ ਦੇਖੋ ਉਹਦੇ ਲਈ ਆਪਾਂ ਆ ਚੀਜ਼ਾਂ ਦੇਖਣੀਆਂ ਹੁੰਦੀਆਂ ਹੁਣ ਫਸਟ ਈਅਰ ਚ ਸਾਨੂੰ ਜਿਹੜਾ ਰਿਕਵਰ ਹੋਇਆ ਵਾ ਉਹ ਕਿੰਨਾ ਹੋਇਆ 5600 ਸੈਕੰਡ ਈਅਰ ਚ ਕਿੰਨਾ ਰਿਕਵਰ ਹੋਇਆ 9000 ਥਰਡ ਈਅਰ ਚ ਕਿੰਨਾ ਰਿਕਵਰ ਹੋਇਆ 9000 now you can see 9 ਤੇ 9 18000 plus 5600 23600 ਸਾਡਾ 3 ਇਅਰਸ ਬਣ ਗਿਆ ਸਾਨੂੰ ਚਾਹੀਦਾ ਕਿੰਨਾ 30000 ਹੁਣ ਜੇ ਆਪਾਂ 4th ਈਅਰ ਲੈਂਦੇ ਆ ਉਹਦੇ ਚ 9000 ਐਡ ਕਰਦੇ ਆ ਤਾਂ ਉਹ ਤਾਂ 30000 ਤੋਂ ਵੱਧ ਜਾਊਗਾ ਇਹਦਾ ਮਤਲਬ ਆਪਾਂ 4th ਈਅਰ ਦਾ ਜਿਹੜਾ ਲੈਣਾ ਵਾ 3 ਈਅਰ ਪੂਰੇ ਜਿਹੜਾ 4th ਈਅਰ ਆਪਾਂ ਲੈਣਾ ਵਾ ਉਹਦੇ ਚ ਆਪਾਂ ਕਿੰਨਾ ਚਾਹੀਦਾ ਹੋਰ ਉਹ ਕਿੱਦਾਂ ਕੱਢਾਂਗੇ 30000 minus 18000 minus 5600 ਸਾਨੂੰ ਚਾਹੀਦਾ 6400 ਲੇਕਿਨ ਉਸ ਸਾਲ ਸਾਡੇ ਕੋਲ ਆਇਆ ਕਿੰਨਾ 9000 6400 divided by 9000 ਇਹ ਆ ਗਿਆ 3 years plus 0.71 ਇਹ ਆ ਗਿਆ 3.71 year ਇਹ ਆ ਗਿਆ ਤੁਹਾਡਾ ਪੇਬੈਕ is there any doubt ਕਿ ਤੁਸੀਂ ਆਪਣਾ 30000 ਰੁਪਿਆ ਕਿੰਨੇ ਸਾਲਾਂ ਚ ਪੂਰਾ ਕਰੋਗੇ ਫॉर योर क्लैरिफिकेशन आई वांट टू क्लियर इट वंस अगेन वर्किंग कैपिटल गिवन है इसलिए वो इन्वेस्टमेंट की प्लस होगी प्लस वो लास्ट वाले एनुअल कैश इनफ्लो की प्लस होगी इफ इट इज नॉट गिवन देन दोनों पासे नहीं होगी वन मोर थिंग व्हिच आई वांट टू क्लैरिफाई जेडी डेप्रिसिएशन होगी दैट विल बी ऑन द एसेट वैल्यू बिफोर एडिंग वर्किंग ਆ ਦੋ ਚੀਜ਼ਾਂ ਨੇ ਜੀ ਜਿਹੜੀਆਂ ਮੇਨ ਸਮਝਣਾ ਇਜ਼ ਇਟ ਕਲੀਅਰ ਟੂ ਆਲ ਆਫ ਯੂ ਇਹ ਸਾਡਾ ਸੀਗਾ ਪਹਿਲਾ ਮੈਥਡ ਜੋ ਅਸੀਂ ਇਸ ਬੁੱਕ ਦੇ ਵਿੱਚ ਕੀਤਾ ਸੀ ਸੈਕੰਡ ਬੋਰਡ ਕਵਰ ਹੋ ਰਿਹਾ ਹਾਂਜੀ ਹੁਣ ਆਪਾਂ ਸੈਕੰਡ ਮੈਥਡ ਆਪਾਂ ਕੀ ਕੀਤਾ ਸੀ ਸੈਕੰਡ ਮੈਥਡ ਆਪਾਂ ਕੀਤਾ ਸੀ ਇੰਪਰੂਵਮੈਂਟ ਇਨ ਪ੍ਰੋਫਿਟੇਬਿਲਿਟੀ ਇੰਪਰੂਵਮੈਂਟ ਇਨ ਪੇਬੈਕ ਪੀਰੀਅਡ ਆਈ ਐਮ ਸੌਰੀ ਇੰਪਰੂਵਮੈਂਟ in payback period
ਇੰਪਰੂਵਮੈਂਟ ਇਨ ਪੇਬੈਕ ਪੀਰੀਅਡ ਦੇ ਵਿੱਚ ਬੇਟੇ ਆਪਾਂ ਤਿੰਨ ਚੀਜ਼ਾਂ ਕੱਢਣੀਆਂ ਸਿੱਖੀਆਂ ਸੀ ਇਫ ਯੂ ਰਿਮੈਂਬਰ। ਆਪਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਕੱਢਣੀਆਂ ਸਿੱਖੀਆਂ ਸੀ? ਪਹਿਲੀ, ਦੂਸਰੀ, ਪਹਿਲਾਂ ਆਪਾਂ ਕੱਢਣਾ ਸਿੱਖਿਆ ਸੀ ਪੋਸਟ ਪੇ ਬੈਕ ਪ੍ਰੋਫਿਟੇਬਿਲਿਟੀ, ਤੇ ਦੂਸਰੀ ਚੀਜ਼ ਆਪਾਂ ਕੀ ਸਿੱਖੀ ਸੀ? ਪੋਸਟ ਪੇ ਬੈਕ ਪ੍ਰੋਫਿਟੇਬਿਲਿਟੀ ਇੰਡੈਕਸ। ਬੇਟੇ ਕਿਉਂ ਸਾਨੂੰ ਜ਼ਰੂਰਤ ਮਹਿਸੂਸ ਹੋਈ ਇਸ ਚੀਜ਼ ਦੀ? ਬਿਕੋਜ਼ ਇਹਦੇ ਚ ਸਾਨੂੰ ਪਤਾ ਲੱਗ ਜਾਂਦਾ ਕਿ ਜੋ ਅਸੀਂ ਪੈਸਾ ਲਗਾਇਆ ਉਹ ਕਿੰਨੀ ਦੇਰ ਚ ਪੂਰਾ ਹੁੰਦਾ। ਇਹਦੇ ਚ ਸਾਨੂੰ ਪਤਾ ਲੱਗਦਾ ਐਕਚੁਅਲ ਕਮਾਈ। ਜਿਵੇਂ ਫੋਰ ਐਗਜ਼ਾਮਪਲ ਮੈਨੂੰ ਟੋਟਲ ਕਿੰਨੀ ਕਮਾਈ ਹੋਈ ਹੈ ਬੇਟੇ ਐਨੂਅਲ ਕੈਸ਼ ਇਨਫਲੋ ਚ 5 ਸਾਲਾਂ ਚ? ਪਲੀਜ਼ ਟੈਲ ਮੀ। ਪੋਸਟ ਪੇਬੈਕ ਪ੍ਰੋਫਿਟੇਬਿਲਿਟੀ ਮਤਲਬ ਤੁਸੀਂ ਕਹਿ ਸਕਦੇ ਹੋ, ਇਹਨੂੰ ਇਦਾਂ ਵੀ ਕੱਢ ਸਕਦੇ ਹੋ, ਬਹੁਤ ਸੌਖਾ ਤਰੀਕਾ ਹੁੰਦਾ। ਟੋਟਲ ਕਮਾਈ ਦੇਖ ਲਓ 5600 9000 9000 9000 11000 ਟੋਟਲ ਮੇਰੀ ਜਿਹੜੀ ਇਨਕਮ ਆ ਇੰਨੀ ਆ, ਜਿਹਦੇ ਵਿੱਚੋਂ 30000 ਦੀ ਮੇਰੀ ਕੀ ਆ? ਇਨਵੈਸਟਮੈਂਟ। that means ਮੇਰੀ post payback profitability ਕਿੰਨੀ ਹੈ? ਜੋ ਮੇਰੀ ਐਕਚੁਅਲ ਕਮਾਈ ਹੈ ਉਹ ਕਿੰਨੀ ਆ? 13600। ਸਮਝ ਆਇਆ ਕਿ ਨਹੀਂ? ਠੀਕ ਹੈ। ਹੁਣ ਦੇਖੋ ਇੰਡੈਕਸ ਕਿਵੇਂ ਨਿਕਲੂਗਾ? ਇੰਡੈਕਸ ਨਿਕਲੂਗਾ 13600 divided by 30000 into 100 मतलब post pay back profitability divided by initial investment into 100। ठीक है, क्लियर? क्लियर है बेटे? करके देखियो प्लीज कितने परसेंट डालो। 45.3। जिस प्रोजेक्ट ਦਾ ਇਹ ਜ਼ਿਆਦਾ ਹੋਊਗਾ ਅਸੀਂ ਉਹਨੂੰ ਸਿਲੈਕਟ ਕਰਾਂਗੇ, ਪੇਬੈਕ ਪੀਰੀਅਡ ਜਿਹਦਾ ਘੱਟ ਹੋਊਗਾ ਅਸੀਂ ਉਹਨੂੰ ਸਿਲੈਕਟ ਕਰਾਂਗੇ। ਇਸ ਦੋ both methods are clear to you? ਠੀਕ ਹੈ। ਉਸ ਤੋਂ ਬਾਅਦ ਇਹਦਾ ਹੀ ਇੱਕ ਪਾਰਟ ਸੀਗਾ, ਇਹਦਾ ਹੀ ਇੱਕ ਪਾਰਟ ਸੀਗਾ ਜੋ ਥਰਡ ਮੈਥਡ ਸੀਗਾ, ਉਹ ਡਿਸਕਾਊਂਟਡ ਪੇਬੈਕ ਸੀ। ਠੀਕ ਹੈ ਨਾ? ਡਿਸਕਾਊਂਟਡ ਪੇਬੈਕ ਹੈ ਨਾ ਜਿਹੜਾ ਬੇਟੇ, ਉਹ ਮੈਂ ਤੁਹਾਨੂੰ ਨੈਟ ਪ੍ਰੈਜ਼ੈਂਟ ਵੈਲਿਊ ਨਾਲ ਕਵਰ ਕਰਾਉਂਗਾ, ਉਹ ਜ਼ਿਆਦਾ ਬੈਟਰ ਹੋਏਗਾ ਪਾਰਟ। ਠੀਕ ਹੈ ਨਾ? ਇਸ ਤੋਂ ਪਹਿਲਾਂ ਮਤਲਬ ਮੈਂ ਜਿਹੜਾ ਥਰਡ ਮੈਥਡ ਕਰਾਉਣਾ ਚਾਹੁੰਦਾ ਵਾਂ ਉਹ ਕਰਾਉਣਾ ਚਾਹੁੰਦਾ ਵਾਂ ਐਵਰੇਜ ਰੇਟ ਆਫ ਰਿਟਰਨ। ਪਹਿਲਾਂ ਮੈਂ ਤੁਹਾਨੂੰ ਕੀ ਕਰਾਇਆ? ਪੇਬੈਕ ਪੀਰੀਅਡ। ਦੂਜਾ ਮੈਂ ਤੁਹਾਨੂੰ ਕੀ ਕਰਾਇਆ? ਇੰਪਰੂਵਮੈਂਟ। ਤੇ ਤੀਜਾ ਹੁਣ ਮੈਂ ਤੁਹਾਨੂੰ ਕਰਾਉਣ ਲੱਗਾ ਵਾਂ ਐਵਰੇਜ ਰੇਟ ਆਫ ਰਿਟਰਨ ਮੈਥਡ। ਬੇਟੇ ਫਸਟ ਆਫ ਆਲ ਵਾਟ ਆਈ ਵਾਂਟ ਟੂ ਸੇ ਕਿ ਇਹ ਇੱਕ ਇਕਲੌਤਾ ਮੈਥਡ ਆ ਜਿਹਦੇ ਵਿੱਚ ਆਪਾਂ ਜਿਹੜਾ ਐਨੂਅਲ ਕੈਸ਼ ਇਨਫਲੋਜ਼ ਲੈਣੇ ਨੇ ਆਪਾਂ ਆ ਲੈਣੇ ਨੇ। ਨਾਓ ਵਾਟ ਡੂ ਯੂ ਮੀਨ ਬਾਈ ਇਹ ਲੈਣੇ ਨੇ? ਇਹ ਮਤਲਬ ਦੋਨੋਂ ਜਿਹੜੇ ਆਫਟਰ ਹੋਣਗੇ, ਮਤਲਬ ਆਫਟਰ ਡੈਪਰੀਸੀਏਸ਼ਨ ਆਫਟਰ ਟੈਕਸ। ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਟ ਇਜ਼ ਦਾ ਓਨਲੀ ਮੈਥਡ ਜਿਹਦੇ ਵਿੱਚ ਆਪਾਂ ਦੋਨੋਂ ਚੀਜ਼ਾਂ ਕੀ ਲੈਣੀਆਂ ਨੇ? ਆਫਟਰ ਵਾਲੀਆਂ ਲੈਣੀਆਂ। ਠੀਕ ਹੈ ਨਾ? ਓਕੇ, ਤਾਂ ਇਹਦੇ ਚ ਆ ਲਵਾਂਗੇ ਐਵਰੇਜ ਰੇਟ ਆਫ ਰਿਟਰਨ ਦੇ ਬੇਟੇ 4 ਫਾਰਮੂਲੇ ਹੁੰਦੇ ਨੇ। ਮੈਂ ਤੁਹਾਨੂੰ ਬੈਸਟ ਕਰਾ ਰਿਹਾ ਹਾਂ। ਜਿਹੜਾ ਪਹਿਲਾ ਫਾਰਮੂਲਾ ਜਿਹੜਾ ਸਭ ਤੋਂ ਜ਼ਿਆਦਾ ਲੱਗਣਾ ਚਾਹੀਦਾ ਉਹ ਹੁੰਦਾ ਐਵਰੇਜ ਪ੍ਰੋਫਿਟ ਓਵਰ ਐਵਰੇਜ ਇਨਵੈਸਟਮੈਂਟ into 100। ਹੁਣ ਐਵਰੇਜ ਪ੍ਰੋਫਿਟ ਕਿਵੇਂ ਆਊਗਾ ਬੇਟੇ? ਦੇਖੋ ਇਹਨਾਂ 4 ਸਾਲਾਂ ਦੇ ਪ੍ਰੋਫਿਟ ਨੂੰ ਪਹਿਲਾਂ ਜੋੜੋ, divided by 4। ਸੇਮ ਹੀ ਆਇਆ ਨਾ? ਐਵਰੇਜ ਇਨਵੈਸਟਮੈਂਟ ਕਿਵੇਂ ਆਊਗੀ? ਸਾਡੀ ਇਨਵੈਸਟਮੈਂਟ ਕਿੰਨੀ ਆ? 28000 divided by 2।
14 into 100 24.24% आ गया। ਹੁਣ ਕਈਆਂ ਦੇ ਦਿਮਾਗ 'ਚ ਕੁਐਸਚਨ ਚੱਲ ਰਿਹਾ ਹੋਊਗਾ ਕਿ ਇੱਥੇ ਮੈਂ 28000 ਦੀ ਇਨਵੈਸਟਮੈਂਟ ਕਿਉਂ ਲਈ ਆ, ਮੈਂ 30000 ਦੀ ਕਿਉਂ ਨਹੀਂ ਲਈ? ਕਿਉਂਕਿ ਬੇਟੇ ਇਫ ਯੂ ਰਿਮੈਂਬਰ ਮੈਂ ਇੱਥੇ ਐਡ ਕੀਤਾ ਵਾ 2000 ਰੁਪਏ, ਨਹੀਂ ਨਾ ਕੀਤਾ, ਇਸ ਲਈ ਇਨਵੈਸਟਮੈਂਟ ਵੀ ਮੇਰੀ 28 ਹੀ ਲੈਣੀ, ਕਿਉਂਕਿ ਆਪਾਂ ਐਨੂਅਲ ਕੈਸ਼ ਇਨਫਲੋ 'ਚ ਜੋੜਨਾ ਵਾ, ਇਹ ਨੈਟ ਪ੍ਰੋਫਿਟ 'ਚ ਨਹੀਂ ਜੋੜਨਾ, ਇਸ ਲਈ ਇੱਥੇ ਆਪਾਂ ਇਨਵੈਸਟਮੈਂਟ ਇੰਨੀ ਹੀ ਲੈਣੀ ਆ ਤੇ ਉਹ ਵੀ ਐਵਰੇਜ ਰੇਟ। ਠੀਕ ਹੈ ਨਾ ਬੇਟੇ, ਕਲੀਅਰ ਹੋਇਆ ਕਿ ਨਹੀਂ? ਸੋ ਐਵਰੇਜ ਰੇਟ ਆਫ ਰਿਟਰਨ ਦੇ ਵਿੱਚ ਮੈਂ ਦੁਬਾਰਾ ਰਿਪੀਟ ਕਰਦਾ, ਆਪਾਂ ਉਹ ਪ੍ਰੋਫਿਟ ਲੈਣਾ ਹੁੰਦਾ ਜਿਹੜੇ ਦੋਨੋਂ ਕੀ ਹੁੰਦਾ ਵਾ ਆਫਟਰ। ਇਹਦੇ ਬੇਟੇ 4 ਫਾਰਮੂਲੇ ਆ, ਮੈਂ ਤੁਹਾਨੂੰ ਸਭ ਤੋਂ ਬੈਸਟ ਕਰਾਤਾ ਜਿਹਦੇ ਚ ਐਵਰੇਜ ਪ੍ਰੋਫਿਟ ਓਵਰ ਐਵਰੇਜ ਇਨਵੈਸਟਮੈਂਟ ਹੁੰਦਾ, ਜੇ ਕੁਝ ਮੈਂਸ਼ਨ ਨਾ ਹੋਵੇ, ਪਰ ਮੈਂ ਚਾਰੇ ਦੇ ਚਾਰੇ ਦੁਬਾਰਾ ਦੱਸ ਦਿੰਦਾ। ਇੱਕ ਫਾਰਮੂਲਾ ਕੀ ਆ ਜਿਹਦੇ ਚ ਆਪਾਂ ਪ੍ਰੋਫਿਟ ਦਾ ਐਵਰੇਜ ਲੈਣਾ ਵਾ, ਲੇਕਿਨ ਜਿਹੜੀ ਇਨਵੈਸਟਮੈਂਟ ਆ ਉਹ ਨੈਟ ਟੋਟਲ ਲੈਣੀ। ਐਵਰੇਜ ਪ੍ਰੋਫਿਟ ਕਿੰਨਾ ਆਪਣਾ 3400, ਲੇਕਿਨ ਜਿਹੜੀ ਇਨਵੈਸਟਮੈਂਟ ਆ ਨੈਟ ਉਹ ਕਿਹੜੀ ਹੁੰਦੀ ਆ, ਇਨਵੈਸਟਮੈਂਟ ਮਾਈਨਸ ਸਕ੍ਰੈਪ ਵੈਲਿਊ, ਉਹ ਹੈਗੀ ਆ ਕਿੰਨੇ ਦੀ 28 into 100। ਉਸ ਤੋਂ ਬਾਅਦ ਨੈਕਸਟ ਫਾਰਮੂਲਾ ਹੁੰਦਾ ਵਾ ਐਵਰੇਜ ਟੋਟਲ ਪ੍ਰੋਫਿਟ ਓਵਰ ਐਵਰੇਜ ਇਨਵੈਸਟਮੈਂਟ। ਇਹਦੇ ਚ ਜਿਹੜਾ ਪ੍ਰੋਫਿਟ ਲੈਣਾ ਵਾ ਉਹ ਟੋਟਲ ਲੈਣਾ ਵਾ, ਇਨਵੈਸਟਮੈਂਟ ਐਵਰੇਜ ਲੈਣੀ ਹੈ। ਐਵਰੇਜ ਇਨਵੈਸਟਮੈਂਟ ਕਿਵੇਂ ਆਉਂਦੀ ਆ, ਨੈਟ ਇਨਵੈਸਟਮੈਂਟ ਡਿਵਾਈਡਡ ਬਾਈ 2। ਮੈਂ ਇੱਥੇ ਕਵਰ ਵੀ ਕਰ ਦਿੰਦਾ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਰਹੇ। ਨੈਟ ਇਨਵੈਸਟਮੈਂਟ ਡਿਵਾਈਡਡ ਬਾਈ 2, ਇਹ ਤੁਹਾਡੀ ਕੀ ਹੁੰਦੀ ਆ ਐਵਰੇਜ ਇਨਵੈਸਟਮੈਂਟ। ਟੋਟਲ ਪ੍ਰੋਫਿਟ ਐਡ ਕਰਿਓ, into 100 ਕਰਨਾ ਕਰ ਲਓ, ਨਹੀਂ ਤਾਂ ਲਓ। ਉਸ ਤੋਂ ਨੈਕਸਟ ਜਿਹੜਾ ਹੁੰਦਾ ਵਾ ਉਹਦੇ ਚ ਦੋਨੋਂ ਚੀਜ਼ਾਂ ਟੋਟਲ ਲੈ ਲਈਆਂ, ਟੋਟਲ ਪ੍ਰੋਫਿਟ ਓਵਰ ਨੈਟ ਇਨਵੈਸਟਮੈਂਟ। ਟੋਟਲ ਪ੍ਰੋਫਿਟ ਕਿੰਨਾ 13600, ਨੈਟ ਇਨਵੈਸਟਮੈਂਟ ਕਿੰਨੀ ਆ 28000, ਇਹ into 100 ਨਹੀਂ ਹੁੰਦਾ ਰਾਜੇ। ਠੀਕ ਹੈ ਨਾ, ਆ 4 ਫਾਰਮੂਲੇ ਨੇ ਜੀ, ਜਿਹਦੇ ਚੋਂ ਪਹਿਲਾ, ਦੂਸਰਾ, ਤੀਸਰਾ, ਚੌਥਾ। ਠੀਕ ਹੈ, ਐਵਰੇਜ ਰੇਟ ਆਫ ਰਿਟਰਨ ਜਿਸ ਪ੍ਰੋਜੈਕਟ ਦਾ ਜ਼ਿਆਦਾ ਹੋਊਗਾ ਅਸੀਂ ਉਹਨੂੰ ਸਿਲੈਕਟ ਕਰਾਂਗੇ। ਇਹ ਸੀਗੇ ਤੁਹਾਡੇ 3 ਮੈਥਡ, ਜਿਹਦੇ ਵਿੱਚ ਮੈਂ ਡਿਸਕਾਊਂਟਡ ਪੇਬੈਕ ਹਜੇ ਛਡਾਇਆ ਵਾ, ਜੋ ਕਿ ਇੰਪਰੂਵਮੈਂਟ ਚ ਆ, ਕਿਉਂਕਿ ਉਹ ਮੈਂ ਨੈਟ ਪ੍ਰੈਜ਼ੈਂਟ ਵੈਲਿਊ ਨਾਲ ਕਰੂੰਗਾ, ਕਿਉਂਕਿ ਨਹੀਂ ਤਾਂ ਵੇਸਟੇਜ ਆਫ ਟਾਈਮ ਆ। ਇਹ 3 ਮੈਥਡ ਸੀਗੇ। ਪਹਿਲਾ ਸੀਗਾ ਪੇਬੈਕ ਪੀਰੀਅਡ ਮੈਥਡ, ਜਿਹਦਾ ਘੱਟ ਹੋਵੇ ਉਹਨੂੰ ਸਿਲੈਕਟ ਕਰਦੇ ਆ। ਦੂਜਾ ਸੀਗਾ ਇੰਪਰੂਵਮੈਂਟ, ਜਿਹਦੇ ਚ ਪੋਸਟ ਪ੍ਰੋਫਿਟੇਬਿਲਿਟੀ ਦੇਖਦੇ ਆ ਜਾਂ ਪ੍ਰੋਫਿਟੇਬਿਲਿਟੀ ਇੰਡੈਕਸ ਦੇਖਦੇ ਆ, ਜਿਹਦਾ ਜ਼ਿਆਦਾ ਹੁੰਦਾ ਉਹਨੂੰ ਸਿਲੈਕਟ ਕਰਾਂਗੇ। ਠੀਕ ਹੈ, ਤੇ ਤੀਸਰਾ ਹੈਗਾ ਐਵਰੇਜ ਰੇਟ ਆਫ ਰਿਟਰਨ, ਇਹ ਵੀ ਜਿਹਦਾ ਜ਼ਿਆਦਾ ਹੋਊਗਾ ਉਹਨੂੰ ਸਿਲੈਕਟ ਕਰਾਂਗੇ। ਐਵਰੇਜ ਰੇਟ ਆਫ ਰਿਟਰਨ ਦੇ 4 ਮੈਥਡਸ ਨੇ। ਲਾਸਟ ਥਿੰਗ ਜੀ ਵਿਚ ਆਈ ਵਾਂਟ ਟੂ ਰਿਪੀਟ ਵਾਂਸ ਅਗੇਨ ਕਿ ਇੱਕ ਐਵਰੇਜ ਰੇਟ ਆਫ ਰਿਟਰਨ ਹੀ ਇਦਾਂ ਦਾ ਮੈਥਡ ਆ ਜਿਹਦੇ ਚ ਦੋਨੋਂ ਚੀਜ਼ਾਂ ਕੀ ਲਈਦੀਆਂ ਨੇ, ਆਫਟਰ ਲਈਦੀਆਂ, ਆਫਟਰ ਟੈਕਸ ਐਂਡ ਆਫਟਰ ਡੈਪਰੀਸੀਏਸ਼ਨ। ਥੈਂਕ ਯੂ ਸੋ ਮਚ।